students. So bache, a very good morning to all of you. We were doing electrochemistry and now we are just at the end of the chapter. Bache, ਆਪਾਂ ਨੂੰ ਸਿਰਫ there are two more topics now left. Cells and batteries and corrosion. ਆਪਾਂ numerical portion इस chapter ਦਾ complete कर चुके हैं, ठीक है. जो दो topics बचे हैं दोनों are theoretical topics and both are very important applications of electrochemistry. Electrochemical cell and electrolytic cell ਆਪਾਂ दोनों topics से पूरी तरह complete कर चुके हैं. So ਜਿਹੜੇ ਇਹ ਦੋਨों topics ने they are just the applications. ਅੱਜ जो ਆਪਾਂ ने cover करना है that is called corrosion. ठीक है राजी, ਆਪਾਂ ने आज corrosion cover करनी है. So first of all what do you mean by corrosion? ठीक है ना, corrosion की ਹੁੰਦੀ ਹੈ ਬੱਚੇ. So देखो we know कि ਜਿਵੇਂ कि iron है अपने पास. Basically ਜਦੋਂ ਆਇਰਨ ਨੂੰ ਆਪਾਂ ਕਹਿੰਦੇ ਕਿ ਆਇਰਨ ਰਸਟ ਹੋ ਗਿਆ ਹੈ ਨਾ, ਤਾਂ ਉਸ ਦਾ ਕਲਰ ਚੇਂਜਸ ਫਰੋਮ ਗ੍ਰੇ ਟੂ ਇੱਕ orange ਬ੍ਰਾਊਨ ਲੇਅਰ ਡਿਵੈਲਪ ਹੋ ਜਾਂਦਾ ਉਸ ਦੇ ਉੱਪਰ. ਸਿਮਿਲਰਲੀ ਤੁਸੀਂ ਦੇਖਿਆ ਹੋਣਾ ਕਿ ਜੋ ਆਪਣੀਆਂ ਇਲੈਕਟ੍ਰਿਕ ਵਾਇਰਸ ਹੁੰਦੀਆਂ ਦੇ ਆਰ ਮੇਡ ਅਪ ਆਫ ਕਾਪਰ. ਉਹ ਹੌਲੀ ਹੌਲੀ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਗ੍ਰੀਨਿਸ਼ ਜੀ ਕੋਟਿੰਗ ਬਣ ਜਾਂਦੀ ਹੈ. ਦੇਖੋ ਪਹਿਲਾਂ ਪੂਰਾ ਸ਼ਾਈਨਿੰਗ ਕਾਪਰ ਹੁੰਦਾ ਹੈ, ਹੌਲੀ ਹੌਲੀ ਡਲ ਹੋ ਜਾਂਦਾ ਹੈ, ਫਿਰ ਗ੍ਰੀਨਿਸ਼ ਜੀ ਕੋਟਿੰਗ ਡਿਵੈਲਪ ਹੋਣ ਲੱਗ ਜਾਂਦੀ ਹੈ. ਐਂਡ ਦੈਨ ਅਗਰ ਤੁਸੀਂ ਉਸ ਵਾਇਰ ਨੂੰ ਇਦਾਂ ਮਤਲਬ ਟਵਿਸਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬ੍ਰੇਕ ਡਾਊਨ ਹੋ ਜਾਂਦੀ ਹੈ, ਠੀਕ ਹੈ ਨਾ. ਸੋ ਅਗੇਨ ਦਿਸ ਇਜ਼ ਆਲਸੋ corrosion. ਰਸਟਿੰਗ ਆਫ ਆਇਰਨ ਇਜ਼ ਐਨ ਐਗਜ਼ਾਮਪਲ ਆਫ corrosion. ਫਿਰ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜੋ ਸਿਲਵਰ ਮੈਟਲ ਹੈ ਉਹ ਹੌਲੀ ਹੌਲੀ ਵਿਦਨ ਈਅਰਸ ਉਹ ਇੱਕ ਬਲੈਕ ਕੋਟਿੰਗ ਡਿਵੈਲਪ ਕਰ ਲੈਂਦੇ ਨੇ ਜਿਸ ਨੂੰ ਆਪਾਂ ਕਹਿੰਦੇ ਆ ਟਾਰਨਿਸ਼ਿੰਗ ਆਫ ਸਿਲਵਰ. ਤਾਂ that is another example of corrosion. So ਇਹ ਸਾਰੀਆਂ examples ਨੇ metals ਦੇ corrode ਹੋਣ ਦੀਆਂ. And basically corrosion ਦਾ ਮਤਲਬ ਕੀ ਹੈ? ਸਿਰਫ ਇੰਨਾ ਕਿ ਦੇਖੋ ਕਿ like you have a metal when it comes in contact with atmosphere, ਯਾਨੀ ਕਿ atmosphere ਦੇ ਵਿੱਚ ਆਪਣੇ ਕੋਲ ਤਿੰਨ ਮੇਨ ਕੰਪੋਨੈਂਟਸ ਆਪਾਂ ਲੈ ਕੇ ਚੱਲਾਂਗੇ: oxygen, CO2 and water. ठीक है. So basically when the metal comes in contact with moist air, O2 and CO2 in the air, water moisture, so moist air, ठीक है ना. तो जो metal है that gets oxidized, losing some electrons. So this oxidation of metal in the contact with moist air is called corrosion. And corrosion ਦੀਆਂ examples ਜਿਵੇਂ ਆਪਾਂ ਨੇ ਹੁਣੇ ਡਿਸਕਸ ਕੀਤੀਆਂ: rusting of iron, tarnishing of silver, development of a green coating on the copper wires. So ਇਹ ਸਭ ਕੁਝ ਉਹਦੀਆਂ examples ਹੈ ਬੱਚੇ. ਹੁਣ ਦੇਖੋ so metal ਦੀ oxidation ਹੋਣੀ ਹੈ. So it means ਆਪਾਂ ਨੇ ਜੋ electrochemical series ਕੀਤੀ ਸੀ, ਜਿਹੜੇ metals ਬਿਲਕੁਲ ਨੀਚੇ ਹੋਣਗੇ ਜਿਨ੍ਹਾਂ ਦੇ reduction potentials are very low, ਠੀਕ ਹੈ ਨਾ, ਉਹਨਾਂ ਦੀ corrosion ਬਹੁਤ ਜਲਦੀ ਹੋਏਗੀ. ਜਿਵੇਂ ਜਿਵੇਂ ਤੁਸੀਂ ਉੱਪਰ ਜਾਈ ਜਾਓਗੇ ਮੈਟਲਸ ਦੀ ਸਟੇਬਿਲਿਟੀ ਵੱਧਦੀ ਜਾਏਗੀ, ਠੀਕ ਹੈ ਨਾ. ਦੇਖੋ ਆਪਾਂ ਨੇ ਟੌਪ ਤੇ ਕਿਹੜੇ ਮੈਟਲਸ ਕੀਤੇ ਸੀ? 골ਡ, ਪਲੈਟੀਨਮ, ਜਿਨ੍ਹਾਂ ਦੀ ਆਕਸੀਡੇਸ਼ਨ ਹੁੰਦੀ ਹੋਈ ਨਹੀਂ. ਉਹ ਮੈਟਲਸ ਕਦੇ ਵੀ corrode ਨਹੀਂ ਹੁੰਦੇ, ਜਿਨ੍ਹਾਂ ਨੂੰ ਆਪਾਂ ਤਾਈਓ ਕੀ ਕਹਿੰਦੇ ਆ ਨੋਬਲ ਮੈਟਲਸ, ਠੀਕ ਹੈ ਨਾ. ਸੋ ਬੱਚੇ ਇੱਕ ਚੀਜ਼ ਆਪਣੇ ਮਾਈਂਡ 'ਚ ਹਮੇਸ਼ਾ ਰੱਖਣੀ ਹੈ ਕਿ what do you mean by corrosion? The oxidation of a metal when it comes in contact with moist air. Moist air ਜ਼ਰੂਰ ਧਿਆਨ 'ਚ ਰੱਖਣਾ. ਤੁਸੀਂ ਕਦੇ ਵੀ ਦੇਖ ਲਿਓ ਤੁਸੀਂ ਇੱਕ ਆਇਰਨ ਦੇ ਪੀਸ ਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖ ਦਿਓ ਤਾਂ ਨੈਚੁਰਲ ਹੈ ਕਿ ਉਹ ਹਵਾ ਦੇ ਕੰਟੈਕਟ ਵਿੱਚ ਉਹਨਾਂ ਨਹੀਂ ਆਏਗਾ, ਉਹਦੀ corrosion ਘੱਟ ਹੋਏਗੀ. ਤੁਸੀਂ ਮੈਟਲ ਦੇ ਪੀਸ ਨੂੰ ਕਦੇ ਵੀ ਆਬਜ਼ਰਵ ਕਰੋਗੇ ਤਾਂ ਜਿਹੜੇ ਡਰਾਈ ਮੰਥਸ ਹੁੰਦੇ ਨੇ ਜਿਵੇਂ ਕਿ April, May, ਉਹਨਾਂ ਦੇ ਵਿੱਚ ਉਹਦੀ corrosion ਘੱਟ ਹੋਏਗੀ. ਜਿਹੜੇ ਮੋਇਸਟ ਨਾਲ ਲੇਡਨ ਮੰਥਸ ਹੁੰਦੇ ਨੇ, ਮੋਇਸਚਰਾਈਜ਼ਡ ਜਿਹੜੇ ਜਦੋਂ ਹਵਾ ਹੁੰਦੀ ਹੈ ਲਾਈਕ ਜੂਨ, ਜੁਲਾਈ, ਜਦੋਂ ਮੌਨਸੂਨ ਵਗੈਰਾ ਹੁੰਦੀ ਹੈ, ਉਦੋਂ ਉਸਦੀ corrosion ਫਾਸਟ ਹੋਏਗੀ, ਠੀਕ ਹੈ ਨਾ. ਸੋ the oxidation of metal when it comes in contact with the moist air is known as corrosion. ਤੇ ਐਗਜ਼ਾਮਪਲਸ ਆਪਾਂ ਨੇ ਕਰ ਹੀ ਲਈਆਂ, ਠੀਕ ਹੈ ਨਾ. ਹੁਣ ਆਪਾਂ ਕਰਦੇ ਹਾਂ ਕਿ ਮਤਲਬ ਕਿ ਮੈਕੈਨਿਜ਼ਮ ਕੀ ਹੈ corrosion ਦਾ. ਉਹਦੇ ਲਈ ਆਪਾਂ ਰਸਟਿੰਗ ਆਫ ਆਇਰਨ ਨੂੰ ਇੱਕ ਐਗਜ਼ਾਮਪਲ ਲੈ ਕੇ ਚੱਲਾਂਗੇ ਕਿਉਂਕਿ ਮੋਸਟ ਕਾਮਨ ਐਗਜ਼ਾਮਪਲ ਇਹੀ ਹੈ, ਠੀਕ ਹੈ ਨਾ. ਦੇਖੋ ਜਿਹੜੇ ਮੈਟਲਸ ਆਇਰਨ ਤੋਂ ਨੀਚੇ ਹੈ, ਸੋਡੀਅਮ, ਪੋਟੈਸ਼ੀਅਮ, ਮੈਗਨੀਸ਼ੀਅਮ, ਉਹਨਾਂ ਨੂੰ ਤਾਂ ਆਪਾਂ ਆਪਣੀ ਲਾਈਫ 'ਚ ਯੂਜ਼ ਹੀ ਨਹੀਂ ਕਰਦੇ ਰੀਅਲ ਲਾਈਫ ਦੇ ਵਿੱਚ, ਹੈ ਨਾ. ਜਿਹੜੇ ਉਸ ਤੋਂ ਉੱਪਰ ਹੈ ਕਾਪਰ, ਸਿਲਵਰ, 골ਡ, ਪਲੈਟੀਨਮ, ਉਹਨਾਂ ਦੀ ਰਸਟਿੰਗ ਬਹੁਤ ਸਲੋ ਹੁੰਦੀ ਹੈ.
ਆਇਰਨ ਇਜ਼ ਅ ਟਿਪੀਕਲ ਐਗਜ਼ਾਮਪਲ ਜਿਹੜੀ ਕਿ ਆਪਾਂ ਨੂੰ ਕਾਮਨ ਲਾਈਫ 'ਚ ਆਈ ਥਿੰਕ ਆਪਾਂ ਨੇ ਸਾਰਿਆਂ ਨੇ ਰਸਟਿੰਗ ਆਫ ਆਇਰਨ ਦੇਖਿਆ ਹੋਊਗਾ ਹਨਾ। ਆਪਣੇ ਘਰਾਂ 'ਚ ਆਇਰਨ ਦੇ ਆਰਟੀਕਲਸ ਹੁੰਦੇ ਆ ਜਿਨ੍ਹਾਂ ਦੇ ਉੱਪਰ ਈਜ਼ੀਲੀ ਆਪਾਂ ਦੇਖਿਆ ਹੋਊਗਾ ਕਿ ਇੱਕ ਬ੍ਰਾਊਨਿਸ਼ ਜੀ ਕੋਟਿੰਗ ਡਿਵੈਲਪ ਹੋ ਜਾਂਦੀ ਹੈ ਜਿਹਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਆ ਜੰਗ, ਠੀਕ ਹੈ ਨਾ। ਸੋ ਹੁਣ ਆਪਾਂ ਉਸ ਨੂੰ ਐਗਜ਼ਾਮਪਲ ਬਣਾ ਕੇ ਰਸਟਿੰਗ ਆਫ ਆਇਰਨ ਨੂੰ ਐਗਜ਼ਾਮਪਲ ਬਣਾ ਕੇ ਕਰੋਜਨ ਦਾ ਮੈਕੈਨਿਜ਼ਮ ਪੜਾਂਗੇ ਜਿਸ ਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਕੈਮੀਕਲ ਥਿਉਰੀ ਆਫ ਰਸਟਿੰਗ। ਇਸ ਨੂੰ ਐਂ ਵੀ ਆ ਸਕਦਾ ਹੈ explain electrochemical theory of rusting, so ਨੂੰ ਐਂ ਵੀ ਆ ਸਕਦਾ ਹੈ give the mechanism of corrosion of iron, ਇਹ ਵੀ ਆ ਸਕਦਾ ਹੈ ਕਿ why do we call rusting of iron an electrochemical process, ਠੀਕ ਹੈ ਨਾ। ਬਸ ਸੇਮ ਇਲੈਕਟ੍ਰੋਕੈਮੀਕਲ ਪ੍ਰੋਸੈਸ ਕਿਉਂ ਹੋ ਗਿਆ ਆਪਾਂ ਹੁਣੇ ਦੇਖਾਂਗੇ ਕਿ ਉਹਦੇ ਵਿੱਚ ਕੋਈ ਸਪੀਸ਼ੀ ਆਕਸੀਡਾਈਜ਼ ਹੋਊਗੀ ਕੋਈ ਸਪੀਸ਼ੀ ਰਿਡਿਊਸ ਹੋਊਗੀ and that is why it is an electrochemical process. So now we shall do the rusting of iron, ठीक है, the mechanism of rusting of iron. So बच्चे this is called electrochemical theory since इसਦੇ ਵਿੱਚ electrochemistry is involved है ना। So देखो consider कि this is your piece of iron ਜਿਸ ਦੇ ਵਿੱਚ ਕੁਝ irregular surfaces ਹੈ ਇੱਥੇ ਜਿੱਥੇ ਆਪਾਂ ਮਤਲਬ ਦੇਖੋ depressions ਬਣੀਆਂ ਹੋਈਆਂ when it will rain या it will come in contact with water ਤਾਂ ਜੋ water ਹੈ ਉਹ ਇਹਨਾਂ depressions ਦੇ ਵਿੱਚ accumulate ਹੋ ਜਾਏਗਾ, ਠੀਕ ਹੈ। water will accumulate in these depressions ਤਾਂ ਇਹ ਦੇਖੋ ਬੱਚੇ ਤੁਸੀਂ observe ਕੀਤਾ ਹੋਣਾ ਜਿਹੜੇ ਆਪਣੇ iron articles ਹੁੰਦੇ ਆ ਆਪਾਂ ਕੋਈ ਵੀ ਚੀਜ਼ ਲੋਹੇ ਦੀ ਲੈ ਕੇ ਆਈਏ iron pipes ਜਾਂ anything else ਤੁਸੀਂ ਕਦੇ ਵੀ ਦੇਖਿਆ ਹੋਊਗਾ ਕਿ ਉਹਨਾਂ ਦੇ ਸਰਫੇਸਿਸ ਕਿੰਨੇ ਸਮੂਥ ਬਣਾਏ ਹੋਏ ਹੁੰਦੇ ਆ ਹਨਾ ਤਾਂ ਕਿ ਜਿੱਥੇ ਵੀ ਰਫ ਸਰਫੇਸ ਆਏਗਾ ਦੇਖੋ ਕੋਈ ਚੀਜ਼ ਆਪਾਂ ਨੂੰ ਦੇਖਣ ਨੂੰ ਐ ਲੱਗੇਗਾ ਕਿ ਸਮੂਥ ਹੈ ਬਟ ਅਗਰ ਉਹ ਹਲਕੀ ਜਿਹੀ ਵੀ ਰਫਨੈਸ ਉਹਦੇ ਵਿੱਚ ਆ ਗਈ ਤਾਂ ਉਹਦੇ ਵਿੱਚ ਵਾਟਰ ਪਾਰਟੀਕਲਸ ਐਕਿਊਮੂਲੇਟ ਹੋ ਜਾਂਦੇ ਆ ਐਂਡ ਰਸਟਿੰਗ ਹੋਣ ਦੇ ਚਾਂਸਸ ਇਨਕਰੀਜ਼ ਹੋ ਜਾਂਦੇ ਆ। ਸੋ ਦੇਖੋ ਸੋ ਇੱਥੇ ਵਾਟਰ ਐਕਿਊਮੂਲੇਟ ਹੋ ਗਿਆ ਨਾਓ ਆਪਾਂ ਨੇ ਕਿਹਾ ਕਿ ਮੋਇਸਟ 에ਅਰ ਦੇ ਵਿੱਚ ਕੀ ਹੈ ਵਾਟਰ CO2 ਐਂਡ O2। ਹੁਣ ਦੇਖੋ ਨਾ ਇੱਕ ਸਿੰਪਲ ਜਿਹਾ ਫੰਡਾ ਜਿੱਥੇ ਵਾਟਰ ਐਕਿਊਮੂਲੇਟ ਹੋ ਗਿਆ ਉੱਥੇ ਪਹਿਲਾਂ ਵਾਟਰ ਤੇ CO2 ਦੋਨੋਂ ਰਿਐਕਟ ਕਰਕੇ ਆਪਸ ਚ ਆਪਾਂ ਨੂੰ ਕਿਹੜੀ ਰਿਐਕਸ਼ਨ ਦੇਣਗੇ ਕਾਰਬੋਨਿਕ ਐਸਿਡ। ਫਾਈਨ ਜਿਹੜਾ ਕਾਰਬੋਨਿਕ ਐਸਿਡ ਹੈ ਉਹ ਆਪਾਂ ਨੂੰ ਬ੍ਰੇਕ ਡਾਊਨ ਹੋ ਕੇ ਸਿੰਸ ਇਟ ਇਜ਼ ਐਨ ਐਸਿਡ ਦੀ ਡੈਫੀਨੇਸ਼ਨ ਹੀ ਕੀ ਹੁੰਦੀ ਹੈ which gives you H positive ions in solution, so H positive plus bicarbonate ions देगा प्लस कार्बोनिक एसिड की दा काम करेगा इलेक्ट्रोलाइट दा, ठीक है ना। अपने को इलेक्ट्रोलाइट तैयार हो गया। हुन देखो सो जेड़ा आहा वाला सरफेस है बच्चे हुन ਇਹਦੇ ਵਿੱਚ ਆਪਣੇ ਕੋਲ H positive ions बन गए कार्बोनिक एसिड ਤੋਂ ਤੇ ਆਪਣਾ ਆਰਟੀਕਲ ਕਿਸ ਦਾ ਹੈ ਆਇਰਨ ਦਾ। ਸੋ ਦੋਨੋਂ ਸਪੀਸੀਜ਼ ਕੰਟੈਕਟ ਚ ਆ ਗਈਆਂ ਬੱਚੇ। ਨਾਓ ਹੁਣ ਦੇਖੋ ਜ਼ਰਾ ਹਾਈਡਰੋਜਨ ਦਾ ਆਪਾਂ ਨੇ ਰਿਡਕਸ਼ਨ ਪੋਟੈਂਸ਼ੀਅਲ ਕੀਤਾ ਸੀ ਕਿੰਨਾ ਸੀਗਾ 0 ਵੋਲਟ। अगर ਸਾਨੂੰ याद ਹੋਵੇ ਆਇਰਨ 2+ ਤੋਂ ਆਇਰਨ ਇਹਦਾ ਰਿਡਕਸ਼ਨ ਪੋਟੈਂਸ਼ੀਅਲ ਸੀ -0.44 ਵੋਲਟ। ਸੋ ਬੱਚੇ ਕਿਸ ਸਪੀਸ਼ੀ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੈ ਹਾਈਡਰੋਜਨ ਦਾ। ਸੋ ਰਿਡਕਸ਼ਨ ਕਿਹਦੀ ਹੋਣੀ ਚਾਹੀਦੀ ਹੈ ਹਾਈਡਰੋਜਨ ਦੀ। ਆਕਸੀਡੇਸ਼ਨ ਕਿਹਦੀ ਹੋਣੀ ਚਾਹੀਦੀ ਹੈ ਆਇਰਨ ਦੀ। ਉਹੀ ਸਟਾਰਟ ਹੋ ਜਾਏਗੀ। ਸੋ ਦੇਖੋ H positive will gain electrons to form H2, iron will lose electrons to form iron 2+। so oxidation start होगी बच्चे। मेरी गल समझ आई कि नहीं। आयरन की ऑक्सीडेशन शुरू होगी। हुन जदों आयरन ऑक्सीडाइज होएगा तो देखो ये 2+ बन गया। हुन रोल आएगा अपने तीसरे कंपोनेंट का केड़ा ऑक्सीजन। सो ऑक्सीजन इस आयरन दे कांटेक्ट विच आऊगी। जो एग्जैक्ट इक्वेशंस है उसको मैं लिखवाऊंगा नोट्स विच भी गिवन है तुसी बुक चो भी कर सकते हो बट दिस इज अ रफ फिनोमिनन जो एक्चुअल च हुंदा है, ठीक है। सो देखो Fe2+ will further react with oxygen and get oxidized। आयरन दी दो ऑक्सीडेशन स्टेट्स हुंदी है 2+ एंड 3+। सो हुने 3+ दे विच चेंज हो जाऊगा Fe2O3। सो देखो आयरन becomes 3+ नाउ, ठीक है। हुन जेड़ा Fe2O3 है it will come in contact with water molecules, some water molecules, and will change into Fe2O3 dot XH2O। Done। and जो Fe2O3 dot XH2O है this is the chemical formula of rust, ठीक है। सो अपने कोल आयरन दे ऊपर रस्ट तैयार हो गया।
यानी कि अपना आयरन रस्ट हो गया, करोड हो गया बच्चे, ठीक है ना। सो आयरन हैज बीन ऑक्सीडाइज्ड फ्रॉम जीरो ऑक्सीडेशन स्टेट टू पहला +2 एंड देन फाइनली +3 डन। दिस इज कॉल्ड इलेक्ट्रोकेमिकल थ्योरी ऑफ रस्टिंग। हुण देखो बच्चे ਆਪਾਂ ਨੇ ਕਿਹਾ ਸੀ ਕਿ ਜਿਵੇਂ ਜਿਵੇਂ ਆਪਾਂ ਉੱਪਰ ਮੂਵ ਕਰਦੇ ਜਾਂਦੇ ਆ ਆਕਸੀਡੇਸ਼ਨ ਮੁਸ਼ਕਿਲ ਹੁੰਦੀ ਜਾਂਦੀ ਹੈ। ਹੁਣ ਦੇਖੋ ਜਿਹੜੀਆਂ ਆਪਣੀਆਂ ਘਰੇ ਇਲੈਕਟ੍ਰਿਸਿਟੀ ਵਾਇਰਸ ਹੁੰਦੀਆਂ ਉਹ ਕਾਪਰ ਦੀਆਂ ਕਿਉਂ ਬਣੀਆਂ ਹੁੰਦੀਆਂ ਹਨਾ। ਹੁਣ ਦੇਖੋ ਤੁਸੀਂ ਇੱਕ ਸੇਮ ਐਗਜ਼ਾਮਪਲ ਲੈ ਕੇ ਚੱਲੋ, ਡਿਟੋ ਐਗਜ਼ਾਮਪਲ। ਸੋ ਲੈਟ ਇਟ ਬੀ ਕਿ ਦਿਸ ਇਜ਼ योर ਕਾਪਰ ਪੀਸ। ਦੇਖੋ ਬੱਚੇ ਧਿਆਨ ਨਾਲ। ਸੋ ਲੈਟ ਇਟ ਬੀ ਦਿਸ ਇਜ਼ योर ਕਾਪਰ ਪੀਸ। बिल्कुल सेम चीज हुई। दिस कम्स इन कांटेक्ट विद मॉइस्ट एयर, इत्थे पानी जमा हो गया, पानी ते CO2 ने रिएक्ट करके की बनाता पहला कार्बोनिक एसिड। कार्बोनिक एसिड देते H पॉजिटिव। सो देखो इत्थे H पॉजिटिव आ गया एंड मेटल केड़ा साडा कॉपर। डन। हुण देखो सो हाइड्रोजन का रिडक्शन पोटेंशियल इज 0, रिडक्शन पोटेंशियल ऑफ कॉपर इज 0.34 वोल्ट। सो बच्चे किधर रिडक्शन पोटेंशियल ज्यादा है? कॉपर दा, ठीक है। सो कॉपर दा रिडक्शन पोटेंशियल ज्यादा है तो कॉपर दी की होनी चाहिए है रिडक्शन, हाइड्रोजन दी की होनी चाहिए है ऑक्सीडेशन। हाइड्रोजन ऑक्सीडाइज्ड है, कॉपर रिड्यूस्ड है, ऑलरेडी 0 है ना। सो कॉपर रिड्यूस्ड है, हाइड्रोजन ऑक्सीडाइज्ड है, सो नो रिएक्शन विल बी देयर। यू गेटिंग अ पॉइंट? कॉपर ਦਾ ਰਿਡਕਸ਼ਨ ਪੋਟੈਂਸ਼ੀਅਲ ਹਾਈਡਰੋਜਨ ਨਾਲੋਂ ਜ਼ਿਆਦਾ ਹੈ, ਸੋ ਰਿਡਕਸ਼ਨ ਕਾਪਰ ਦੀ ਹੋਣੀ ਚਾਹੀਦੀ ਹੈ। ਤਾਂ ਇੱਥੇ ਕਾਪਰ ਆਲਰੇਡੀ ਰਿਡਿਊਸਡ ਹੈ, ਹਾਈਡਰੋਜਨ ਆਲਰੇਡੀ ਆਕਸੀਡਾਈਜ਼ਡ ਹੈ। ਸੋ ਬੱਚੇ ਜੇ ਉਹ ਦੋਨੋਂ ਇੱਕ ਦੂਸਰੇ ਦੇ ਕੰਟੈਕਟ 'ਚ ਆ ਵੀ ਗਏ ਤਾਂ ਵੀ ਕੋਈ ਰਿਐਕਸ਼ਨ ਨਹੀਂ ਹੋਏਗੀ। ਐਂਡ ਇਸੇ ਕਰਕੇ ਜੋ ਕਾਪਰ ਹੈ ਉਸ ਦੀ ਜਿਹੜੀ ਕਰੋਜਨ ਹੈ that is very 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 slow। getting a point? ਜਿੰਨਾ ਕੋਈ ਮੈਟਲ ਇਲੈਕਟ੍ਰੋਕੈਮੀਕਲ ਸੀਰੀਜ਼ 'ਚ ਨੀਚੇ ਹੋਏਗਾ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ज्यादा नेगेटिव होएगा उसकी करोजन उन्नी ही ज्यादा होएगी। एक मोटा मोटा दा हिसाब, एक रफ आइडिया की है बच्चे, क्योंकि मोस्ट कॉमनली वही मेटल्स करोड होंगे जिन्हां दा रिडक्शन पोटेंशियल हाइड्रोजन तो घट होगा यानी कि नेगेटिव होगा। जिन्हां दा ऊपर होगा ठीक है उन्हां दी करोजन की होएगी बहुत ज्यादा स्लो, जिन्ना ज्यादा ऊपर होंगे उन्नी करोजन नहीं होएगी। सो मेटल्स विच बिल्कुल टॉप ते कौन है? अगेन आई रिपीट गोल्ड एंड प्लैटिनम वगैरह, तो उन्होंने करोजन बच्चे हुंदी ही नहीं। दैट इज व्हाई दे आर कॉल्ड नोबल मेटल्स। ठीक है, हुण मैं तुहानूं दसूंगा। देखो ये तुसी रफली अपनी नॉलेज वास्ते ऐदां ही नोट डाउन कर लेना है। जो एक्चुअल इक्वेशंस फ्रॉम थ्योरी पॉइंट ऑफ व्यू ठीक है ना आपां ने लर्न करनी है वो मैं तुहानूं हुणे बोर्ड ते करवाना है। ठीक है, सो बच्चे देखो जो इक्वेशंस आपां ने रफली लिखियां ने ਆਪਾਂ ਨੂੰ ਥਿਓਰੇਟਿਕਲੀ ਉਹਨਾਂ ਨੂੰ ਬਿਲਕੁਲ ਬੈਲੈਂਸਡ ਵੇ 'ਚ ਹੀ ਲਿਖਣਾ ਪਏਗਾ। ਠੀਕ ਹੈ ਨਾ। ਸੋ ਦੇਖੋ ਆਪਾਂ ਨੇ ਕੀ ਕੀਤਾ ਹੈ ਕਿ when the iron comes in contact with moist air ਪਹਿਲਾਂ ਵਾਟਰ ਤੇ CO2 ਰਿਐਕਟ ਕਰਕੇ ਆਪਾਂ ਨੂੰ ਇਲੈਕਟ੍ਰੋਲਾਈਟ ਦੇਣਗੇ ਆਪਣਾ ਕਾਰਬੋਨਿਕ ਐਸਿਡ which will dissociate to provide you H positive ions. Done. Since the reduction potential of hydrogen is greater than that of iron ਤਾਂ ਦੇਖੋ ਕੈਥੋਡ ਤੇ ਹਾਈਡਰੋਜਨ ਦੀ ਰਿਡਕਸ਼ਨ ਸਟਾਰਟ ਹੋਗੀ एंड एनोड ते आयरन दी ऑक्सीडेशन स्टार्ट होगी। जो कैथोड दी रिएक्शन है वो अपन किवें शो कर रहे हैं कि हाइड्रोजन रिएक्ट्स विद ऑक्सीजन टू फॉर्म वाटर। ठीक है, पहला हाइड्रोजन रिड्यूस हो जाएगा H बन जाएगा, फिर वो हाइड्रोजन फर्दर ऑक्सीजन नाल रिएक्ट करके की दे देगा वाटर। देखो सो अपने को ओवरऑल रिएक्शन कैथोड ते की होगी 4H पॉजिटिव प्लस इलेक्ट्रॉन्स प्लस ऑक्सीजन गिव्स यू 2 मोल्स ऑफ वाटर। ਤਾਂ ਹੁਣ ਕੈਥੋਡ ਤੇ ਐਨੋਡਿਕ ਰਿਐਕਸ਼ਨ ਨੂੰ ਆਪਾਂ ਐਡ ਕਰ ਦਾਂਗੇ। ਇੱਥੇ ਬੱਚੇ 4 ਇਲੈਕਟ੍ਰੋਨਸ ਹੈ, ਇੱਥੇ 2 ਇਲੈਕਟ੍ਰੋਨਸ ਹੈ, ਸੋ ਐਨੋਡਿਕ ਰਿਐਕਸ਼ਨ ਨੂੰ ਵਿਲ ਮਲਟੀਪਲਾਈ ਬਾਈ 2। ਠੀਕ ਹੈ, ਐਨੋਡਿਕ ਰਿਐਕਸ਼ਨ ਨੂੰ ਆਪਾਂ ਮਲਟੀਪਲਾਈ ਬਾਈ 2 ਕਰਕੇ ਇਲੈਕਟ੍ਰੋਨਸ ਇਕੁਅਲ ਹੋ ਜਾਣਗੇ ਬੱਚੇ। ਇਲੈਕਟ੍ਰੋਨਸ ਨੂੰ ਬਰਾਬਰ ਕਰਕੇ ਆਪਾਂ ਦੋਨੋਂ ਰਿਐਕਸ਼ਨਸ ਨੂੰ ਐਡ ਕਰ ਦਾਂਗੇ ਤਾਂ ਆਪਣੇ ਕੋਲ ਓਵਰਆਲ ਰਿਐਕਸ਼ਨ ਕੀ ਹੋਗੀ ਰਸਟਿੰਗ ਦੀ। ਆਇਰਨ ਗੈਟਸ ਕਨਵਰਟਡ ਟੂ Fe2+ और जो हाइड्रोजन है वो H+ तो वाटर च कन्वर्ट हो गया। तो देखो बच्चे इनडायरेक्टली रिड्यूस कौन हो गया? वैसे हाइड्रोजन ही हुई है, बट देखो हम ध्यान ना सुनो, ਆਪਾਂ ਨੂੰ ਕਾਰਬੋਨਿਕ ਐਸਿਡ ਐਕਟਸ ਐਜ਼ ਐਨ ਇਲੈਕਟ੍ਰੋਲਾਈਟ ਜੋ ਆਪਾਂ ਨੂੰ H ਪੋਜ਼ਿਟਿਵ ਆਇਨਸ ਦੇ ਰਿਹਾ ਹੈ, ਬਟ ਅਲਟੀਮੇਟਲੀ ਰਿਡਿਊਸ ਕੌਣ ਹੋ ਰਿਹਾ ਹੈ? ਧਿਆਨ ਨਾਲ ਦੇਖੋ ਹਾਈਡਰੋਜਨ ਇੱਥੇ H+ ਹੈ, ਵਾਟਰ ਦੇ ਵਿੱਚ ਵੀ H+ ਹੀ ਹੈ, ਸੋ ਰਿਡਿਊਸ ਕੌਣ ਹੋਇਆ? ਆਕਸੀਜਨ 0 ਤੋਂ ਚਲੀ ਗਈ -2। ਸੋ ਰਿਡਕਸ਼ਨ ਐਕਚੁਅਲ ਦੇ ਵਿੱਚ ਆਕਸੀਜਨ ਦੀ ਹੋ ਰਹੀ ਹੈ ਨਾ ਕਿ ਹਾਈਡਰੋਜਨ ਦੀ।
बच्चे गल समझ रहे हो ना? मतलब जे हुण आपां नूं आंदा है कि ड्यूरिंग इलैक्ट्रोकैमिकल थियरी ऑफ रस्टिंग ऑफ आयरन ऑक्सीडेशन हुंदी है आयरन दी, तो रिडक्शन किहदी हो रही है? ऑक्सीजन दी। देखो आयरन गोज फ्रॉम 0 टू +2, हाइड्रोजन अगर इधर 1+ है तो इत्थे भी 1+ है, जबकि ऑक्सीजन गोज फ्रॉम 0 टू -2। ते ध्यान नाल चेक करो, दो आयरन ने, एक आयरन कितने इलेक्ट्रॉन लूज कर रहे हैं? 2, ते दो आयरन कितने करनगे? 4। ऑक्सीजन गोज फ्रॉम 0 टू -2, एक ऑक्सीजन कितने नाल रिड्यूस हो रही है? 2 नाल, ते दो कितने नाल होणगियां? 4 नाल। सो ड्यूरिंग द रस्टिंग ऑफ आयरन, रस्टिंग ऑक्सीडेशन हुंदी है आयरन दी, ते रिडक्शन किहदी हो रही है बच्चे? ऑक्सीजन दी। डन। नाउ फिर आपां ने की कीता है कि जेड़ा ये Fe2+ है, ये फर्दर रिएक्ट करेगा ऑक्सीजन दे नाल in the presence of moisture to further get oxidized from +2 to +3। ते अगेन देखो बच्चे, ऑक्सीजन जो है इट गोज फ्रॉम 0 टू -2। डन। 0 टू -2। सो ऑक्सीजन दी फिर ऑक्सीडेशन हो रही है, सॉरी ऑक्सीजन दी फिर रिडक्शन हो रही है, एंड आयरन दी +2 टू +3 ऑक्सीडेशन हो रही है। हुण जेड़ा Fe2O3 बन गया, it will come in contact with moisture, water, to form finally rust, जिसका chemical formula is Fe2O3.XH2। ठीक है बच्चे? So this whole is called electrochemical theory of rusting। ठीक है? जो अपना अगला टॉपिक है corrosion दे विच, वो सारा बच्चे अगर अपन नूं ये पॉइंट क्लियर है तो सारे पॉइंट्स इहदे विचों ही निकल आएंगे। अगला टॉपिक अपना की है कि जो corrosion है वो किहड़े-किहड़े फैक्टर्स दे ऊपर डिपेंड करदी है, फैक्टर्स अफेक्टिंग corrosion। तो अगर अपन नूं सारा लॉजिक क्लियर है, फैक्टर्स अफेक्टिंग corrosion तो ਉਹਦੇ ਵਿੱਚ ही कवर हो जाता है। ठीक है? सो नाउ वी शैल डिस्कस द वेरियस फैक्टर्स ऑन व्हिच corrosion डिपेंड्स बच्चे। ठीक है ना? सो बच्चे द वेरियस फैक्टर्स व्हिच अफेक्ट corrosion आर रिटन। ठीक है? नोट्स ਵਿੱਚ डिटेल्स ਇਹਨਾਂ ਦੀਆਂ ਗਿਵਨ ਹੈ, ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਠੀਕ है? मैं जस्ट ਤੁਹਾਨੂੰ ਦੱਸ ਦਿੰਦਾ ਹੈ कि हाउ डू दे अफेक्ट। सो देखो राजे, फर्स्ट इज पोजीशन ऑफ मेटल इन द EMF सीरीज। सो अपने पहले ही नाल डिस्कस कर लिया कि जो इलेक्ट्रोमोटिव फोर्स सीरीज है अपने कोल EMF सीरीज, यानी कि जिन्हों ਆਪਾਂ इलेक्ट्रोकैमिकल सीरीज किया सी, ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਜਿੰਨਾ ਘੱਟ ਹੋਏਗਾ ਉਹ ਮੈਟਲ ਉਨਾ ਹੀ ਈਜ਼ੀਲੀ ਆਕਸੀਡਾਈਜ਼ ਹੋਏਗਾ। ਸੋ ਆਪਾਂ ਕਹਾਂਗੇ ਕਿ lesser is the reduction potential या higher is the oxidation potential, the metal will get easily oxidized and easily corroded। ठीक है ना? सो रिडक्शन पोटेंशियल्स ਦੇ ਵਿੱਚ ਜਿਹੜਾ ਮੈਟਲ ਜਿੰਨਾ ਨੀਚੇ ਪਿਆ ਹੋਏਗਾ ਬੱਚੇ ਸੀਰੀਜ਼ 'ਚ, ਉਨੀ ਉਸ ਦੀ corrosion easily ਹੋਏਗੀ। ठीक है ना? Now position of presence of impurities in the metals। so देखो बच्चे, impurities जो ਹੁੰਦੀਆਂ ਨੇ they help in the setting up of electrochemical cells। देखो बच्चे corrosion होनी कदों है? ਜਦੋਂ metal ਦੀ oxidation ਹੋਏਗੀ। ਤੇ oxidation ਕਦੋਂ ਹੋਏਗੀ? when it will come in contact with such a species ਜਿਸ ਦਾ reduction potential ਉਸ ਤੋਂ ਕੀ ਹੋਏਗਾ? ਜ਼ਿਆਦਾ। ਮੇਰੀ ਗੱਲ ਸਮਝ ਰਹੇ ਹੋ ਕਿ ਨਹੀਂ? देखो for example अपने कोल A मेटल है जिस दी corrosion होनी है। ठीक है? इसका रिडक्शन पोटेंशियल लेट इट बी अपने कोल X है। सपोज एक मेटल है B जिसका रिडक्शन पोटेंशियल इज Y, और अगर Y इज लेस देन X फिर तो बच्चे अपन को कोई प्रॉब्लम ही नहीं है। ठीक है ना? क्योंकि A का रिडक्शन पोटेंशियल ज्यादा है, A दी तो रिडक्शन होएगी, ऑक्सीडेशन होएगी भी नहीं। जिन्नी देर तक वो एहो जे मेटल B दे कांटेक्ट च नहीं आंदा ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਇਜ਼ ਗ੍ਰੇਟਰ, ਉਨੀ ਦੇਰ ਤੱਕ ਆਪਣੇ ਮੈਟਲ ਦੀ ਆਕਸੀਡੇਸ਼ਨ ਨਹੀਂ ਪੋਸੀਬਲ। ਤਾਂ ਜਦੋਂ ਹੀ ਉਹ ਇੱਕ ਐਸੇ ਮੈਟਲ ਦੇ ਕੰਟੈਕਟ 'ਚ ਆਏਗਾ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਉਸ ਤੋਂ ਜ਼ਿਆਦਾ ਹੋਊਗਾ, ਤਾਂ ਨਾਲ ਦੀ ਨਾਲ ਦੂਸਰੇ ਮੈਟਲ ਦੀ ਕੀ ਸ਼ੁਰੂ ਹੋ ਜਾਏਗੀ? ਰਿਡਕਸ਼ਨ, ਐਂਡ ਆਪਣੇ ਮੈਟਲ ਦੀ ਕੀ ਸ਼ੁਰੂ ਹੋ ਜਾਏਗੀ? ਆਕਸੀਡੇਸ਼ਨ ਵਧੇ। ਠੀਕ ਹੈ ਨਾ? ਸੋ ਦੇਖੋ अपना जो सेकंड पॉइंट है प्रेजेंस ऑफ इंप्योरिटीज। सो इंप्योरिटीज दे हेल्प इन द सेटिंग अप ऑफ इलेक्ट्रोकेमिकल सेल्स। कितना जिन्नियां ज्यादा इंप्योरिटीज होंगियां उन्ने ज्यादा चांसेस होंगे कि द मेटल विल कम इन कांटेक्ट विद द स्पीशीज हैविंग ग्रेटर रिडक्शन पोटेंशियल। तो ਜਦੋਂ ਹੀ इट विल कम इन कांटेक्ट विद सच आयंस जिन्हां दा रिडक्शन पोटेंशियल उस तो ज्यादा है, नाल दी नाल आयंस होना शुरू हो जाएंगे रिड्यूस, मेटल होना शुरू हो जाएगा ऑक्सीडाइज, and the corrosion will start राजे। ठीक है ना? so impurities भी help कर दिया ने in the process of corrosion। next point, presence of electrolytes। ਇਹ ਤਾਂ ਆਪਾਂ ਨੇ commonly observe ਕੀਤਾ ਹੋਣਾ ਹੈ कि खारे पानी ਦੇ ਵਿੱਚ corrosion ਬੱਚੇ जल्दी ਹੁੰਦੀ है।
ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਘਰਾਂ 'ਚ ਜਿਹੜਾ ਪਾਣੀ ਆਉਂਦਾ ਹੈ, ਜਿਹੜਾ ਤਾਜ਼ਾ ਪਾਣੀ ਹੁੰਦਾ ਜਿਹਨੂੰ ਆਪਾਂ ਵਾਟਰ ਆਕਸ ਦਾ ਪਾਣੀ ਬੋਲ ਦਿੰਦੇ ਆ ਹਨਾ, ਜੋ ਤਾਜ਼ਾ ਪਾਣੀ ਆਉਂਦਾ ਘਰਾਂ 'ਚ, ਤਾਂ ਵਾਟਰ ਆਕਸ ਦੇ ਪਾਣੀ ਦੇ ਵਿੱਚ ਜੋ ਪਾਈਪਸ ਲੱਗੀਆਂ ਹੁੰਦੀਆਂ ਉਹਨਾਂ ਦੀ ਕਰੋਜਨ ਨਹੀਂ ਹੁੰਦੀ। ਜਿਹੜੇ ਆਪਣੇ ਅੰਡਰਗਰਾਉਂਡ ਵਾਟਰ ਹੁੰਦਾ ਹੈ, ਮੋਟਰ ਵਾਲਾ ਪਾਣੀ, ਉਹਨਾਂ ਦੀ ਕਰੋਜਨ ਬਹੁਤ ਜਲਦੀ ਹੋ ਜਾਂਦੀ ਹੈ, ਕਿਉਂਕਿ ਜਿਹੜਾ ਅੰਡਰਗਰਾਉਂਡ ਵਾਟਰ ਹੁੰਦਾ ਹੈ ਉਹ ਖਾਰਾ ਹੁੰਦਾ ਹੈ, ਉਹਦੇ ਵਿੱਚ ਸਾਲਟਸ ਹੁੰਦੇ ਨੇ। ਤਾਂ ਜਿੰਨੇ ਸਾਲਟਸ ਜ਼ਿਆਦਾ ਹੋਣਗੇ ਤਾਂ ਨੈਚੁਰਲ ਹੈ ਉਹੀ ਸੇਮ ਫੰਡਾ ਉਹ ਇੰਪਿਊਰਿਟੀਜ਼ ਦਾ ਕੰਮ ਕਰਨਗੇ। ਇੰਪਿਊਰਿਟੀਜ਼ ਦਾ ਕੰਮ ਕਰਨਗੇ ਤਾਂ ਆਪਣੇ ਕੋਲ ਇਲੈਕਟ੍ਰੋਕੈਮੀਕਲ ਸੈਲਸ ਡਿਵੈਲਪ ਹੋਣਗੇ। ਜਦੋਂ ਇਲੈਕਟ੍ਰੋਕੈਮੀਕਲ ਸੈਲਸ ਡਿਵੈਲਪ ਹੋ ਗਏ ਬੱਚੇ ਤਾਂ ਆਪਣੀ ਰਸਟਿੰਗ ਵਿਲ ਸਟਾਰਟ। ਠੀਕ ਹੈ ਨਾ। ਨੈਕਸਟ ਪੁਆਇੰਟ, ਪ੍ਰੈਜ਼ੈਂਸ ਆਫ CO2 ਇਨ ਵਾਟਰ। ਆਪਾਂ ਨੇ ਹੁਣੇ ਕਰ ਲਿਆ ਕਿ CO2 ਪਾਣੀ ਦੇ ਨਾਲ ਰਿਐਕਟ ਕਰਕੇ ਕਾਰਬੋਨਿਕ ਐਸਿਡ ਦੇਗੀ ਜੋ ਕਿ ਇਲੈਕਟ੍ਰੋਲਾਈਟ ਦਾ ਕੰਮ ਕਰੇਗਾ, ਜੋ ਕਿ ਆਪਾਂ ਨੂੰ H ਪੋਜ਼ਿਟਿਵ ਆਇਨਸ ਫਰਨਿਸ਼ ਕਰੂਗਾ। ਠੀਕ ਹੈ ਨਾ। ਸੋ ਅਗਰ ਪਾਣੀ ਦੇ ਵਿੱਚ CO2 ਨਾ ਹੋਵੇ ਤਾਂ ਅਗਰ ਆਪਣੇ ਕੋਲ ਕਾਰਬੋਨਿਕ ਐਸਿਡ ਨਹੀਂ ਬਣੂਗਾ ਤਾਂ ਇਲੈਕਟ੍ਰੋਲਾਈਟ ਹੀ ਨਹੀਂ ਬਣੂਗਾ। ਠੀਕ ਹੈ ਨਾ। ਅਗਰ ਇਲੈਕਟ੍ਰੋਲਾਈਟ ਨਹੀਂ ਬਣੂਗਾ ਤਾਂ ਕਰੋਜਨ ਆਪਣੇ ਆਪ ਹੀ ਨਹੀਂ ਹੋਏਗੀ ਬੱਚੇ। ਸੋ CO2 ਵੀ ਹੈਲਪ ਕਰਦੀ ਹੈ ਇਨ ਦ ਪ੍ਰੋਸੈਸ ਆਫ corrosion। ਲਾਸਟ ਪੁਆਇੰਟ ਇਜ਼ ਪ੍ਰੈਜ਼ੈਂਸ ਆਫ ਪ੍ਰੋਟੈਕਟਿਵ ਕੋਟਿੰਗਸ। ਬੱਚੇ ਨੇਮ ਖੁਦ ਹੀ ਬੋਲ ਰਿਹਾ ਹੈ ਕਿ ਕੁਝ ਐਸੀਆਂ ਕੋਟਿੰਗਸ ਜਿਹੜੀਆਂ ਕਿ ਕਰੋਜਨ ਤੋਂ ਬਚਾਉਂਦੀਆਂ ਨੇ, ਤੇ ਮੋਸਟ ਕਾਮਨ ਕੋਟਿੰਗਸ ਕਿਹੜੀਆਂ ਨੇ? ਉਹ ਪੇਂਟਸ, ਗਰੀਜ਼ਿੰਗ, ਆਇਲਿੰਗ। ਆਪਾਂ ਆਪਣੇ ਘਰਾਂ 'ਚ ਜਿੱਥੇ ਵੀ ਆਪਾਂ ਨੂੰ ਕਰੋਜਨ ਦਿਖਦੀ ਹੈ ਆਪਾਂ ਉੱਥੇ ਜਾਂ ਤਾਂ ਆਇਲ ਲਗਾ ਦਿੰਦੇ ਆ, ਗਰੀਜ਼ਿੰਗ ਕਰ ਦਿੰਦੇ ਆ, ਐਂਡ ਮੋਸਟ ਕਾਮਨ ਇਜ਼ ਪੇਂਟਿੰਗ। ਠੀਕ ਹੈ ਨਾ। ਆਪਾਂ ਪੇਂਟ ਕਰ ਦਿੰਦੇ ਆ ਆਪਣੇ ਆਇਰਨ ਦੇ ਆਰਟੀਕਲਸ ਨੂੰ, ਐਂਡ ਅਗਰ ਪੇਂਟ ਖਰਾਬ ਹੋ ਜਾਏ ਆਪਾਂ ਦੁਬਾਰਾ ਪੇਂਟ ਕਰਵਾ ਦਿੰਦੇ ਆ। ਤੁਸੀਂ ਦੇਖਿਆ ਵੀ ਹੋਵੇਗਾ ਕਿ ਜਿਹੜੇ ਆਇਰਨ ਆਰਟੀਕਲਸ ਹੈ, ਖਾਸ ਤੌਰ ਤੇ ਵਾਟਰ ਕੂਲਰਸ ਵਗੈਰਾ, ਉਹਨਾਂ ਦੇ ਜਿਹੜੇ ਕਾਰਨਰਸ ਹੁੰਦੇ ਨੇ, ਕਿਉਂਕਿ ਉਹ ਬਾਰ-ਬਾਰ ਘਿਸਦੇ ਆ, ਰਗੜਦੇ ਆ, ਫ੍ਰਿਕਸ਼ਨ ਨਾਲ ਪੇਂਟ ਉਤਰ ਜਾਂਦਾ ਹੈ ਤਾਂ ਉੱਥੋਂ ਕਰੋਜਨ ਸਟਾਰਟ ਹੋ ਜਾਂਦੀ ਹੈ, ਐਂਡ ਜਿਹੜਾ ਆਇਰਨ ਹੈ ਉੱਥੋਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਬੱਚੇ। ਠੀਕ ਹੈ ਨਾ। ਸੋ ਜਿਹੜੀਆਂ ਪ੍ਰੋਟੈਕਟਿਵ ਕੋਟਿੰਗਸ ਨੇ ਉਹ ਕਰੋਜਨ ਨੂੰ ਖਤਮ ਕਰਨ 'ਚ, ਕਰੋਜਨ ਨੂੰ ਪ੍ਰੀਵੈਂਟ ਕਰਨ 'ਚ ਹੈਲਪ ਕਰਦੀਆਂ। ਠੀਕ ਹੈ ਨਾ। ਸੋ ਪੇਂਟ ਇਜ਼ ਦ ਮੋਸਟ ਕਾਮਨ, ਗਰੀਜ਼ਿੰਗ, ਆਇਲਿੰਗ। ਬਾਕੀ ਆਪਾਂ ਤੁਸੀਂ ਜੂਨੀਅਰ ਕਲਾਸਿਸ ਦੇ ਵਿੱਚ ਹੁਣੇ ਆਪਾਂ ਕਰਾਂਗੇ ਵੀ, ਜੂਨੀਅਰ ਕਲਾਸਿਸ 'ਚ ਇੱਕ ਵਰਡ ਪੜਿਆ ਹੋਣਾ ਗੈਲਵਨਾਈਜੇਸ਼ਨ, ਪੇਂਟਿੰਗ, ਕੋਟਿੰਗ ਵਿਦ ਜ਼ਿੰਕ ਆਰਟੀਕਲਸ, ਕੋਟਿੰਗ ਵਿਦ ਜ਼ਿੰਕ, ਤਾਂ ਉਹ ਵੀ ਆਪਾਂ ਹੁਣੇ ਡਿਸਕਸ ਕਰਾਂਗੇ। ਸੋ ਥੀਸ ਆਰ ਦ ਵੇਰੀਅਸ ਫੈਕਟਰਸ ਜਿਹੜੇ ਕਿ ਕਰੋਜਨ ਨੂੰ ਅਫੈਕਟ ਕਰਦੇ ਆ। ਠੀਕ ਹੈ ਨਾ। ਮੈਟਲ ਦੀ ਪੋਜੀਸ਼ਨ ਇਨ ਦ EMF ਸੀਰੀਜ਼, ਜਿੰਨਾ ਉਸਦਾ ਆਕਸੀਡੇਸ਼ਨ ਪੋਟੈਂਸ਼ੀਅਲ ਜ਼ਿਆਦਾ ਹੋਊਗਾ, ਰਿਡਕਸ਼ਨ ਪੋਟੈਂਸ਼ੀਅਲ ਘੱਟ ਹੋਊਗਾ, ਕਰੋਜਨ ਈਜ਼ੀਲੀ ਹੋਊਗੀ। ਇੰਪਿਊਰਿਟੀਜ਼, ਇਲੈਕਟ੍ਰੋਲਾਈਟਸ, ਇਹ ਸਭ ਇਲੈਕਟ੍ਰੋਕੈਮੀਕਲ ਸੈਲਸ ਨੂੰ ਡਿਵੈਲਪ ਕਰਨ 'ਚ ਹੈਲਪ ਕਰਨਗੇ। CO2 ਇਲੈਕਟ੍ਰੋਲਾਈਟ ਫਰਨਿਸ਼ ਕਰੇਗੀ ਬੱਚੇ, ਐਂਡ ਪ੍ਰੋਟੈਕਟਿਵ ਕੋਟਿੰਗਸ ਹੈ ਜਿਹੜੀਆਂ ਉਹ ਆਪਣੇ ਆਰਟੀਕਲਸ ਨੂੰ ਕਰੋਜਨ ਤੋਂ ਬਚਾਉਣਗੀਆਂ। ਨਾਓ ਦ ਲਾਸਟ, ਹੁਣ ਆਪਣਾ ਲਾਸਟ ਪੁਆਇੰਟ ਫॉर ਟੁਡੇ ਇਜ਼ ਕਿ ਹਾਊ ਟੂ ਪ੍ਰੀਵੈਂਟ ਕਰੋਜਨ। ਆਪਾਂ ਕਰੋਜਨ ਨੂੰ ਬੱਚੇ ਕਿਵੇਂ ਰੋਕ ਸਕਦੇ ਹਾਂ। ਠੀਕ ਹੈ ਨਾ। ਜਿੰਨੇ ਵੀ ਆਪਾਂ ਫੰਡਾਸ ਕਰਾਂਗੇ ਉਹ ਸਾਰੇ ਆਪਣੀ ਰੀਅਲ ਲਾਈਫ ਨਾਲ ਰਿਲੇਟਡ ਹੈ, ਤੁਸੀਂ ਈਜ਼ੀਲੀ ਕੋਰਿਲੇਟ ਕਰਕੇ ਉਸ ਨੂੰ ਸਮਝ ਸਕਦੇ ਹੋ। ਸੋ ਨਾਓ ਵੀ ਸ਼ੈਲ ਸਟਾਰਟ ਆਫ the different ways to prevent corrosion. So the first way to prevent corrosion is bache, we call it barrier protection bache। ਹੁਣ barrier ਦਾ ਮਤਲਬ ਕੀ ਹੁੰਦਾ ਹੈ? ਰੁਕਾਵਟ। ਠੀਕ ਹੈ। ਸੋ ਨੇਮ ਖੁਦ ਹੀ ਬੋਲ ਰਿਹਾ ਕਿ ਜਿਹੜਾ ਆਪਣਾ ਆਇਰਨ ਆਰਟੀਕਲ ਹੈ ਉਸਦੇ ਔਰ ਐਟਮੋਸਫੇਅਰ ਦੇ ਵਿੱਚ ਆਪਾਂ ਇੱਕ ਬੈਰੀਅਰ ਟਿਕਾਵਾਂਗੇ, ਹਨਾ, ਜੋ ਕਿ ਉਸ ਨੂੰ 에ਅਰ ਦੇ ਕੰਟੈਕਟ ਦੇ ਵਿੱਚ ਆਣ ਹੀ ਨਹੀਂ ਦੇਗਾ। ਯੂ ਗੈਟਿੰਗ ਅ ਪੁਆਇੰਟ? ਲਾਈਕ ਦਿਸ ਇਜ਼ ਆਰ ਆਇਰਨ ਆਰਟੀਕਲ, ਇੱਥੇ ਬੱਚੇ ਹਵਾ ਹੈਗੀ ਹੈ, ਆਪਾਂ ਇਸ ਨੂੰ ਇੱਥੋਂ ਕੋਟ ਕਰ ਦਾਂਗੇ। ਸੋ ਵੀ ਸ਼ੈਲ ਕੋਟ ਇਟ ਵਿਦ ਸਮ ਆਰਟੀਕਲ ਜੋ ਕਿ ਇਸ ਨੂੰ 에ਅਰ ਦੇ ਕੰਟੈਕਟ 'ਚ ਆਣ ਹੀ ਨਹੀਂ ਦੇਗਾ। ਸੋ ਇਟ ਵਿਲ ਐਕਟ ਐਜ਼ ਅ ਬੈਰੀਅਰ ਬਿਟਵੀਨ ਆਰ ਆਇਰਨ ਆਰਟੀਕਲ ਐਂਡ ਦ ਐਟਮੋਸਫੇਅਰ। ਤੇ ਜਿਹੜੇ ਇਹ ਕਾਮਨ ਬੈਰੀਅਰਸ ਹੁੰਦੇ ਨੇ, these are जो most commonly used है that is paint। ठीक है। जिस दे ਲਈ ਜਾਂ ਆਪਾਂ ਕੋਈ chemicals ਵੀ use ਕਰ ਲੈਂਦੇ ਆ, the most common chemical is bisphenol। ਠੀਕ ਹੈ। ਨੰਬਰ 2, ਆਪਾਂ ਘਰਾਂ 'ਚ oiling ਕਰ ਦਿੰਦੇ ਆ ਬੱਚੇ ਆਰਟੀਕਲ ਦੀ, ਜਾਂ ਫਿਰ grease। ਨੰਬਰ 3, we can also coat it with more active metal। कुछ ऐसा ਦੇ ਮੈਟਲਸ ਜਿਹੜੇ ਕਿ ਆਇਰਨ ਤੋਂ ਵੀ ਜ਼ਿਆਦਾ ਐਕਟਿਵ ਹੈ, ਲਾਈਕ ਮੈਗਨੀਸ਼ੀਅਮ, ਜ਼ਿੰਕ ਐਟਸੈਟਰਾ।
इसी पॉइंट ਨੂੰ ਆਪਾਂ ਹੁਣ ਆਪਣੀ ਸੈਕੰਡ ਪੁਆਇੰਟ ਦੇ ਵਿੱਚ ਕੈਰੀ ਔਨ ਕਰਾਂਗੇ ਠੀਕ ਹੈ ਨਾ ਸੋ ਬੱਚੇ ਜਿਹੜੇ ਕਾਮਨ ਬੈਰੀਅਰਸ ਆਪਾਂ ਯੂਜ਼ ਕਰਦੇ ਆ ਦੇ ਆਰ ਪੇਂਟਸ oiling ਜਾਂ greasing या फिर more active metals like zinc, magnesium, etc. ठीक है? So these barriers they cut off the link between air and iron. ਤਾਂ ਜਦੋਂ ਆਪਣਾ iron article air ਦੇ contact 'ਚ ਨਹੀਂ ਆਏਗਾ ਤਾਂ ਉਸਦੀ corrosion भी rusting भी नहीं होएगी ठीक है ना? Second method. So ਬੱਚੇ ਜਿਹੜਾ second method ਹੈ ਜਿਸ ਨੂੰ ਆਪਾਂ use ਕਰਦੇ ਹਾਂ for the prevention of rusting या corrosion is this is called sacrificial protection. So देखो बच्चे नेम खुद बोल रहे हैं sacrifice. Sacrifice का मतलब ਕੀ ਹੁੰਦਾ ਹੈ कि किसी ਦੇ ਲਈ खुद खराब हो जाना ठीक है ना sacrifice. So नेम खुद बोल रहे हैं बच्चे sacrificial protection. ਆਪਾਂ ਇੱਥੇ ਆਪਣੇ ਆਇਰਨ ਆਰਟੀਕਲ ਨੂੰ ਜ਼ਿਆਦਾ ਐਕਟਿਵ ਮੈਟਲਸ ਦੇ ਨਾਲ ਕੋਟ ਕਰ ਦਾਂਗੇ The most commonly used metals are zinc and iron. ਤੁਸੀਂ ਆਪਣੀ ਜੂਨੀਅਰ ਕਲਾਸਿਸ ਚ ਪੜਿਆ ਵੀ ਹੋਣਾ galvanization ਹੈ ਨਾ so coating of iron with zinc to prevent it from rusting is known as galvanization. ਦੋਨਾਂ ਵਿੱਚ ਫਰਕ ਕੁਝ ਨਹੀਂ ਹੈ ਬੱਚੇ ਮੈਗਨੀਸ਼ੀਅਮ ਵੀ ਆਪਾਂ commonly use ਕਰਦੇ ਹਾਂ ਬਟ ਯਾਦ ਰੱਖਣਾ ਹੈ basic difference is ਕਿ ਜੋ ਮੈਗਨੀਸ਼ੀਅਮ ਹੈ ਆਪਾਂ ਥਰਡ ਪੁਆਇੰਟ ਚ ਕਵਰ ਕਰਾਂਗੇ ਕਿ ਜੋ ਮੈਗਨੀਸ਼ੀਅਮ ਹੈ ਉਹਨੂੰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਣਾ ਆਇਰਨ ਆਰਟੀਕਲ is in constant contact with water like for example underground water pipes ਤਾਂ ਉਦੋਂ ਆਪਾਂ ਮੈਗਨੀਸ਼ੀਅਮ ਯੂਜ਼ ਕਰਦੇ ਹਾਂ ਤੇ commonly zinc ਯੂਜ਼ ਹੁੰਦਾ ਹੈਗਾ ਠੀਕ ਹੈ ਨਾ ਨਾਓ ਹੁਣ ਇਹਦੇ ਵਿੱਚ ਬੇਸਿਕਲੀ ਕੀ ਹੈ ਦੇਖੋ ਆਪਾਂ ਕੀ ਕਰਦੇ ਹਾਂ so let it be this is your iron article ਆਪਾਂ ਇਸ ਨੂੰ ਕੋਟ ਕਰਤਾ with zinc ਆਪਾਂ ਨੂੰ ਪਤਾ ਹੈ ਕਿ reduction potential of iron is minus 0.44 volts and reduction potential of zinc is minus 0.76 volts. So reduction potential iron ਦਾ zinc ਨਾਲੋਂ ਜ਼ਿਆਦਾ ਹੈ ਠੀਕ ਹੈ ਨਾ ਤਾਂ it means ਕੀ ਹੈ ਕਿ oxidation ਹੋਣ ਦੇ chances ਕਿਹਦੇ ਜ਼ਿਆਦਾ ਬੱਚੇ zinc ਦੇ ਤਾਂ ਜਿੰਨਾ ਚਿਰ ਆਪਣਾ iron article zinc ਨਾਲ coated ਰਹੇਗਾ ਤਾਂ oxidation zinc ਦੀ ਹੋਏਗੀ ਨਾ ਕਿ iron ਦੀ. This is what you mean by sacrificial protection. ਕਿ ਜਿੰਨਾ ਜੇ ਜ਼ਿੰਕ ਆਇਰਨ ਦੇ ਉੱਪਰ ਹੈ ਆਇਰਨ ਨੂੰ ਕੁਝ ਨਹੀਂ ਹੋਏਗਾ ਜ਼ਿੰਕ ਖਰਾਬ ਹੋ ਜਾਏਗਾ ਇੱਥੇ ਇੱਕ ਵੈਰੀ ਇੰਪੋਰਟੈਂਟ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਹੈ ਸੋ ਬੱਚੇ ਹੁਣ ਅਗਰ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕਿ ਲੈਟ ਇਟ ਬੀ ਦਿਸ ਇਜ਼ ਮਾਈ ਆਇਰਨ ਆਰਟੀਕਲ ਠੀਕ ਹੈ ਮੈਂ ਇਸ ਨੂੰ ਕੋਟ ਹੀ ਕਾਪਰ ਦੇ ਨਾਲ ਕਰਤਾ ਕਾਪਰ ਕੋਟਿੰਗ ਸੋ ਕਾਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਇਜ਼ 0.34 वोल्ट let it be बारिश हुई अपना जो आर्टिकल है that comes in contact with moist air H positive ions बने ते H positive ions आ गए ਹੁਣ ਬੱਚੇ ਕਾਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਤਾਂ ਹਾਈਡਰੋਜਨ ਤੋਂ ਜ਼ਿਆਦਾ ਹੈ ਸੋ ਕਾਪਰ ਦੀ ਤਾਂ ਬੱਚੇ ਆਕਸੀਡੇਸ਼ਨ ਹੀ ਨਹੀਂ ਹੋਏਗੀ ਯਾਨੀ ਕਿ ਕਾਪਰ ਦੀ ਕੋਟਿੰਗ ਖਰਾਬ ਹੀ ਨਹੀਂ ਹੋਊਗੀ ਸੋ ਫਿਰ ਆਪਾਂ ਇੱਕ ਵਾਰੀ ਜੀ ਕਿਉਂ ਨਹੀਂ ਬਿਲਕੁਲ ਕੰਮ ਖਤਮ ਕਰ ਦਿੰਦੇ ਆਪਾਂ ਕਾਪਰ ਨਾਲ ਕੋਟ ਕਰ ਦੋ ਕਾਪਰ ਦੀ ਕੋਟਿੰਗ ਖਰਾਬ ਨਹੀਂ ਹੋਊਗੀ ਤਾਂ ਆਪਣਾ ਆਇਰਨ ਆਪਣੇ ਆਪ ਹੀ ਬਚਿਆ ਰਹੂਗਾ ਠੀਕ ਹੈ ਨਾ why do we coat our iron articles with more active metals less rather than with less active metals अगर आप less active metal use करांगे तो अपना iron खराब ही नहीं होएगा बच्चे मेरा क्वेश्चन समझ आ गया ना कि देखो हुन ਇੱਥੇ अगर H positive ions आएंगे तो H positive ions ਦੀ reduction शुरू हो जाएगी ਤੇ zinc ਦੀ oxidation zinc खराब हो जाएगा ਜਦੋਂ ਤੱਕ zinc ਖਤਮ ਹੋਏਗਾ ਆਪਾਂ ਉਹਨੂੰ ਦੁਬਾਰਾ ਕੋਟ ਕਰ ਦਾਂਗੇ ਇੱਥੇ ਬੱਚੇ ਕਾਪਰ ਦੀ ਆਕਸੀਡੇਸ਼ਨ ਹੋਏਗੀ ਹੀ ਨਹੀਂ ਫਿਰ ਆਪਾਂ ਕਾਪਰ ਨਾਲ ਹੀ ਕਿਉਂ ਨਹੀਂ ਕੋਟ ਕਰ ਦਿੰਦੇ ਤਾਂ ਕਿ ਆਪਣੀ ਇੱਕ ਵਾਰੀ ਜਿਹੜੀ ਕੋਟਿੰਗ ਆ ਉਹ ਹਮੇਸ਼ਾ ਚੱਲਦੀ ਰਹੇ ਸੋ ਦੇਖੋ ਹੁਣ ਇੱਥੇ ਬੱਚਿਆਂ ਦਾ ਮੋਸਟ ਕਾਮਨ ਕੁਐਸਚਨ ਕੀ ਹੁੰਦਾ ਹੈ ਸੌਰੀ ਮੋਸਟ ਕਾਮਨ ਆਨਸਰ ਕੀ ਹੁੰਦਾ ਹੈ ਬੱਚੇ ਕਹਿੰਦੇ ਕਿ ਸਰ ਆਇਰਨ ਦਾ ਰਿਡਕਸ਼ਨ ਪੋਟੈਂਸ਼ੀਅਲ ਕਾਪਰ ਨਾਲੋਂ ਘੱਟ ਹੈ ਤਾਂ ਇਹ ਦੋਨੋਂ ਆਪਸ ਵਿੱਚ ਰਿਐਕਟ ਕਰ ਜਾਣਗੇ ਕਾਪਰ ਦੀ ਰਿਡਕਸ਼ਨ ਸ਼ੁਰੂ ਹੋ ਜੂਗੀ ਤੇ ਆਇਰਨ ਦੀ ਆਕਸੀਡੇਸ਼ਨ ਬਟ ਨਹੀਂ ਇਹ ਆਨਸਰ ਨਹੀਂ ਹੈ ਬੱਚੇ The reason being कि copper ਦੀ reduction ਕਿਉਂ ਹੋਏਗੀ ਆਪਾਂ ਕਿਹੜਾ copper ions ਨਾਲ ਕੋਟ ਕੀਤਾ ਹੈ ਆਪਾਂ ਤਾਂ copper ਨਾਲ ਕੋਟ ਕੀਤਾ ਹੈ ਤਾਂ copper ਤਾਂ already reduced ਹੀ ਹੈ ਤੇ ਜਦੋਂ copper ਦਾ already reduced ਹੈ ਤਾਂ ਉਹਦੀ reduction ਹੋਣੀ ਵੀ ਨਹੀਂ ਦੇਖੋ ਨਾ reduction ਦਾ copper ਦੀ ਤਾਂ ਹੋਏਗੀ ਜੇ ਆਪਾਂ ਇਹਦੇ ਨਾਲ ਕੋਟ ਕਰਾਂਗੇ ਆਪਾਂ ਤਾਂ copper ਨਾਲ ਕੋਟ ਕਰ ਰਹੇ ਹਾਂ ਸੋ ਤਾਂ reduced ਹੀ ਹੈ ਸੋ ਕੋਈ ਰਿਐਕਸ਼ਨ ਨਹੀਂ ਹੋਏਗੀ copper ਤੇ iron ਦੀ ਪ੍ਰੋਬਲਮ ਕਿੱਥੇ ਆਏਗੀ ਹੁਣ ਦੇਖੋ let it be during use ਇਸ ਆਰਟੀਕਲ ਦੇ ਉੱਪਰ ਇਹਦਾ ਸਕ੍ਰੈਚ ਪੈ ਗਿਆ इसके ऊपर भी स्क्रैच पै गया
ਹੁਣ ਆਪਣੇ ਦੋਨੋਂ ਮੈਟਲਸ ਬੇਅਰ ਹੋ ਗਏ। ਦੇਖੋ ਜ਼ਿੰਕ ਤਾਂ ਹੈਗਾ ਹੀ ਹੈਗਾ ਸੀ, ਜਿੱਥੇ ਜਿੱਥੇ ਸਕ੍ਰੈਚ ਪੈ ਗਿਆ ਆਇਰਨ ਵੀ ਬੇਅਰ ਹੋ ਗਿਆ, ਇੱਥੇ ਵੀ ਆਪਣਾ ਆਇਰਨ ਬੇਅਰ ਹੋ ਗਿਆ। ਹੁਣ ਤਿੰਨ ਸਪੀਸੀਜ਼ ਇੱਥੇ ਕੰਟੈਕਟ ਵਿੱਚ ਹੈ, ਕਿਹੜੀਆਂ ਕਿਹੜੀਆਂ? H ਪੋਜ਼ਿਟਿਵ, ਕਾਪਰ ਐਂਡ ਆਇਰਨ। ਡਨ। ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ ਕਿਹਦਾ ਹੈ? ਕਾਪਰ ਦਾ। ਉਹ ਤਾਂ ਆਲਰੇਡੀ ਰਿਡਿਊਸਡ ਹੈ, ਸੋ ਤਾਂ ਪਾਰਟਿਸਿਪੇਟ ਹੀ ਨਹੀਂ ਕਰੂਗਾ। ਉਸ ਤੋਂ ਬਾਅਦ ਹਾਈਡਰੋਜਨ ਦਾ, ਸੋ ਉਸ ਦੀ ਕੀ ਸ਼ੁਰੂ ਹੋਗੀ? ਰਿਡਕਸ਼ਨ। ਆਇਰਨ ਦੀ ਕੀ ਸ਼ੁਰੂ ਹੋ ਜੂਗੀ? ਆਕਸੀਡੇਸ਼ਨ। ਇਹ ਗਏਗਾ ਪੁਆਇੰਟ। ਹੁਣ ਇੱਥੇ ਆ ਜਾਓ, ਤਿੰਨ ਸਪੀਸੀਜ਼ ਹੈ, H ਪੋਜ਼ਿਟਿਵ, ਜ਼ਿੰਕ ਤੇ ਆਇਰਨ। ਸਭ ਤੋਂ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ H ਪੋਜ਼ਿਟਿਵ ਦਾ 0, ਤੇ ਇਹਦੀ ਕੀ ਸ਼ੁਰੂ ਹੋ ਜੂਗੀ? ਰਿਡਕਸ਼ਨ। ਇਹਨਾਂ ਦੋਨਾਂ ਵਿੱਚੋਂ ਸਭ ਤੋਂ ਘੱਟ ਰਿਡਕਸ਼ਨ ਪੋਟੈਂਸ਼ੀਅਲ ਕਿਹਦਾ? ਜ਼ਿੰਕ ਦਾ, ਸੋ ਇਸ ਦੀ ਕੀ ਹੋਊਗੀ? ਆਕਸੀਡੇਸ਼ਨ। ਸੋ ਇਹਦਾ ਮਤਲਬ ਕੀ ਹੈ ਕਿ ਸਕ੍ਰੈਚ ਪੈਣ ਤੋਂ ਬਾਵਜੂਦ ਵੀ ਜ਼ਿੰਕ ਦੀ ਹੀ ਆਕਸੀਡੇਸ਼ਨ ਹੋ ਰਹੀ ਹੈ, ਆਇਰਨ ਫਿਰ ਵੀ ਪਾਰਟਿਸਿਪੇਟ ਨਹੀਂ ਕਰ ਰਿਹਾ। ਯਾਨੀ ਕਿ ਆਪਾਂ ਕੀ ਕਹਿਣਾ ਚਾਹ ਰਹੇ ਹਾਂ ਕਿ ਨੋ ਡਾਊਟ ਆਹ ਵਾਲੀਆਂ ਕੋਟਿੰਗ ਜ਼ਿਆਦਾ ਵਧੀਆ ਨੇ, ਪਰ ਸਿਰਫ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇੰਟੈਕਟ ਹੈ। ਜਦੋਂ ਕੋਟਿੰਗ ਦੇ ਵਿੱਚ ਸਕ੍ਰੈਚ ਆ ਗਿਆ ਤਾਂ ਜਿੱਥੋਂ ਸਕ੍ਰੈਚ ਆਊਗਾ ਉੱਥੋਂ ਹੀ ਆਪਣੇ ਆਇਰਨ ਦੀ ਆਕਸੀਡੇਸ਼ਨ ਸਟਾਰਟ ਹੋ ਜੂਗੀ, ਠੀਕ ਹੈ ਨਾ। जबकि आह वाली कोटिंग्स उदों भी प्रोटेक्ट करनगियां अगर स्क्रैच आ गया, तो इवन इफ द स्क्रैच अपीयर्स, ठीक है ना, दिस कोटिंग विल प्रोटेक्ट आयरन। तो अपना आंसर की होएगा कि जिहड़े लेस एक्टिव मेटल्स है आयरन नालों, they will protect the iron article only until the coating is intact. Once a scratch appears, the oxidation of iron, rusting of iron will start. जबकि इत्थे की है कि the more active metals will protect iron even after the scratch appears, ठीक है। So that is why इन्हां दी coating एक better coating होती है बच्चे। Done. Now we shall move to our third part, which is called electrical protection। वो आप इत्थों ही pick करना है zinc and magnesium तो, ठीक है। So बच्चे जो third point है वो अपन ने second point तो ही pick करना है। अपन ने क्या सीखा कि sacrificial protection च zinc and iron, sorry zinc and magnesium। जिंक ਦੀ ਕੋਟਿੰਗ ਨੂੰ ਆਪਾਂ ਗੈਲਵਨਾਈਜੇਸ਼ਨ ਕਹਿੰਦੇ ਆ। ਆਪਾਂ ਨੇ ਕਿਹਾ ਸੀ ਕਿ ਮੈਗਨੀਸ਼ੀਅਮ ਆਪਾਂ ਕਦੋਂ ਯੂਜ਼ ਕਰਦੇ ਆ? ਜਦੋਂ ਆਪਣੇ ਕੋਲ ਆਇਰਨ ਇਜ਼ ਇਨ ਕਨਸਟੈਂਟਲੀ ਕੰਟੈਕਟ ਵਿਦ ਵਾਟਰ ਵਗੈਰਾ, ਠੀਕ ਹੈ ਨਾ, ਜਿੱਦਾਂ ਕਿ ਅੰਡਰਗਰਾਉਂਡ ਵਾਟਰ ਪਾਈਪਸ, ਤਾਂ ਉੱਥੇ ਆਪਾਂ ਯੂਜ਼ ਕਰਦੇ ਆ ਮੈਗਨੀਸ਼ੀਅਮ ਐਂਡ ਦ ਪ੍ਰੋਟੈਕਸ਼ਨ ਇਜ਼ ਕਾਲਡ ਇਲੈਕਟ੍ਰੀਕਲ ਪ੍ਰੋਟੈਕਸ਼ਨ। ਸੋ ਇਹ ਵੀ ਬੇਸਿਕਲੀ ਸੈਕਰੀਫਾਈਸ਼ੀਅਲ ਪ੍ਰੋਟੈਕਸ਼ਨ ਦਾ ਹੀ ਇੱਕ ਪਾਰਟ ਹੈ ਬੱਚੇ, ਠੀਕ ਹੈ ਨਾ। ਨਾਓ ਫੋਰਥ ਤੇ ਆਪਾਂ ਮੂਵ ਕਰਦੇ ਆ। ਸੋ ਦੇਖੋ fourth point is using anti-rust solutions। so बच्चे नेम खुद बोल रहे हैं कि anti-rust solutions मतलब जो रस्टिंग ਨੂੰ प्रिवेंट ਕਰਨ ਚ हेल्प ਕਰਦੇ ਆ, ठीक है ना। ਇਹ ਹੁੰਦੇ ਕੀ ਨੇ ਬੱਚੇ? बेसिकली alkaline phosphates। So basically they are alkaline phosphates या फिर alkaline chromates भी अपन ले लेते हैं, ठीक है ना। alkaline chromates point जेड़ा हैगा इत्थे काम दा that is alkaline। These are anti-rust solutions बच्चे। हुण देखो तुसी commonly observe कीता होना है, ठीक है ना। जदों देखो हुण अगेन मैं तुहानूं बिल्कुल एक रियल लाइफ एग्जांपल दिंदा है। हुण अपने घर दे विच ਜਦੋਂ ਲੈਂਟਰਸ ਪੈਂਦੇ ਆ ਬੱਚੇ, ਹਨਾ, ਤਾਂ ਲੈਂਟਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਸਰੀਆ ਵਿੱਚ ਪੈਂਦਾ ਹੈ ਐਂਡ ਵਾਟਰ ਵੀ ਪੈਂਦਾ ਹੈ। ਮਤਲਬ ਉੱਥੇ ਸਰੀਆ ਤੇ ਵਾਟਰ ਦੋਨੋਂ ਆਪਾਂ ਨੂੰ, ਯਾਨੀ ਕਿ ਆਇਰਨ ਤੇ ਵਾਟਰ ਆਪਾਂ ਨੂੰ ਯੂਜ਼ ਕਰਨਾ ਹੀ ਪਏਗਾ। ਤਾਂ ਬੱਚੇ ਦੇਖੋ ਤੁਸੀਂ ਸ਼ਾਇਦ ਆਬਜ਼ਰਵ ਕੀਤਾ ਹੋਵੇ ਕਿ ਜਦੋਂ ਉਹ ਮਿਕਸਚਰ ਤਿਆਰ ਕਰ ਰਹੇ ਹੁੰਦੇ ਨੇ ਲੈਂਟਰ ਦੇ ਵਿੱਚ ਯੂਜ਼ ਕਰਨ ਵਾਲਾ, ਜਿਹਦੇ ਵਿੱਚ ਸੀਮੈਂਟ, ਬਜਰੀ, ਬਰੇਤੀ, ਜੋ ਮਰਜ਼ੀ ਹੈ ਜਾਂ ਕੁਝ ਹੁੰਦਾ ਹੈ, ਹਨਾ, ਤਾਂ ਤੁਸੀਂ ਕਾਮਨਲੀ ਆਬਜ਼ਰਵ ਕੀਤਾ ਹੋਗਾ ਕਿ ਜਿਹੜਾ ਵੱਡਾ ਸਾਰਾ ਡਰਮ ਇਦਾਂ ਗੋਲ-ਗੋਲ ਘੁੰਮ ਰਿਹਾ ਹੁੰਦਾ ਹੈ, ਉਹਦੇ ਵਿੱਚ ਪਾਣੀ ਵੀ ਹੁੰਦਾ ਹੈ ਤੇ ਉਹ ਮਿਕਸਚਰ ਰੈਡੀ ਹੋ ਰਿਹਾ ਹੁੰਦਾ ਹੈ, ਤਾਂ ਉਹ ਫ੍ਰੀਕੁਐਂਟਲੀ ਕੀ ਕਰ ਰਹੇ ਹੁੰਦੇ ਨੇ ਕਿ ਯੈਲੋ ਜਿਹੇ ਕਲਰ ਦੀਆਂ ਬੋਟਲਸ ਹੁੰਦੀਆਂ ਨੇ ਜਿਹੜੀਆਂ ਉਹਦੇ ਵਿੱਚ ਉਡੇਲ ਰਹੇ ਹੁੰਦੇ ਆ, ਉਹਦੇ ਨਾਲ ਮਿਕਸ ਕਰੀ ਜਾ ਰਹੇ ਹੁੰਦੇ ਨੇ ਤਾਂ ਕਿ ਉਹ ਨਾਲ-ਨਾਲ ਮਿਕਸ ਹੋਈ ਜਾਣ। ਦੈਟ ਇਜ਼ योर ਐਂਟੀ ਰਸਟ ਸੋਲੂਸ਼ਨ। ਉਹ ਬੇਸਿਕਲੀ ਕੀ ਕਰਦਾ ਹੈ? ਦੇਖੋ ਹੁਣ ਵਰਡ ਕੀ ਹੈ? ਐਲਕਲਾਈਨ, ਠੀਕ ਹੈ। ਆਪਣੀ ਕਰੋਜਨ ਸਟਾਰਟ ਕਿੱਥੋਂ ਹੁੰਦੀ ਹੈ? ਦੇਖੋ ਬੱਚੇ ਕਰੋਜਨ ਕਿੱਥੋਂ ਸਟਾਰਟ ਹੋਈ ਸੀ ਆਪਣੀ ਇਲੈਕਟ੍ਰੋਕੈਮੀਕਲ ਥਿਊਰੀ 'ਚ कि वाटर ते CO2 ने रिएक्ट करके पहला की बनाया सी कार्बोनिक एसिड व्हिच एक्ट्स एज एन इलेक्ट्रोलाइट।
ਤਾਂ ਜਿਹੜਾ ਇਹ ਐਲਕਲਾਈਨ ਮੀਡੀਆ ਹੈ ਇਹ ਆਪਣੇ ਕਾਰਬੋਨਿਕ ਐਸਿਡ ਨਾਲ ਰਿਐਕਟ ਕਰਕੇ ਉਹਨੂੰ ਕੀ ਕਰ ਦੂਗਾ, ਨਿਊਟਰਲਾਈਜ਼। ਗੱਲ ਸਮਝ ਆ ਗਈ ਨਾ? These alkaline solutions will react with your carbonic acid to neutralize it. ਜਦੋਂ ਉਹ ਨਿਊਟਰਲਾਈਜ਼ ਹੋ ਗਿਆ ਤਾਂ ਇਟ ਮੀਨਸ H ਪੋਜ਼ਿਟਿਵ ਨਹੀਂ ਬਣਨਗੇ। ਜਦੋਂ H ਪੋਜ਼ਿਟਿਵ ਬਣਨਗੇ ਨਹੀਂ ਤਾਂ H ਪੋਜ਼ਿਟਿਵ ਦੀ ਰਿਡਕਸ਼ਨ ਨਹੀਂ ਹੋਊਗੀ ਐਂਡ ਮੈਟਲ ਦੀ ਆਕਸੀਡੇਸ਼ਨ ਵੀ ਨਹੀਂ ਹੋਊਗੀ। ਸੋ ਇਹ ਆਪਣੇ ਪਹਿਲੇ ਸਟੈਪ ਤੇ ਹੀ ਕਰੋਜਨ ਦੇ ਸਟੈਪ ਨੂੰ, ਰਸਟਿੰਗ ਦੇ ਸਟੈਪ ਨੂੰ ਰੋਕ ਦਿੰਦੇ ਆ, ਕਿਉਂਕਿ ਜੋ ਇਲੈਕਟ੍ਰੋਲਾਈਟ ਹੈ ਕਾਰਬੋਨਿਕ ਐਸਿਡ ਇਹ ਉਸ ਨੂੰ ਕੀ ਕਰ ਦਿੰਦੇ ਨੇ ਬੱਚੇ, ਨਿਊਟਰਲਾਈਜ਼। ਡਨ। So this is about the prevention of corrosion and with this we complete corrosion ਬੱਚੇ, ਠੀਕ ਹੈ ਨਾ? ਸੋ ਇੱਕ theoretical topic ਹੈ, ਅੱਜ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕਰ ਲੈਣਾ ਹੈ। ਲੈਕਚਰ ਚੋਂ ਪਹਿਲਾਂ ਨੋਟਸ ਬਣਾ ਲੈਣੇ ਆ, ਫਿਰ ਤੁਹਾਡੇ ਨੋਟਸ ਜਾਂ ਬੁੱਕਸ ਦੇ ਵਿੱਚ ਇਹ ਮੈਂਸ਼ਨਡ ਹੈ, ਚੰਗੀ ਤਰ੍ਹਾਂ ਪੜ੍ਹ ਲਿਓ ਬੱਚੇ, ਠੀਕ ਹੈ ਨਾ? Just one more topic is remaining, cells and batteries, and within the next 2 lectures ਆਪਾਂ हो सकता है शायद कल वाले एक लेक्चर ही कंप्लीट हो जाए या मैक्सिमम विद इन द नेक्स्ट 2 लेक्चर्स आप सेल्स एंड बैटरीज भी खत्म करके इस चैप्टर ਨੂੰ वाइंड अप कर देंगे एंड देन यू विल बी हैविंग पहला बच्चे एक MCQs बेस्ड टेस्ट फ्रॉम द इलेक्ट्रोकेमिकल सेल्स एंड उस तो बाद फ्रॉम द कंप्लीट चैप्टर एक थ्योरी टेस्ट, ठीक है ना? जो थ्योरी टेस्ट है उसकी डेट मैं ਤੁਹਾਨੂੰ लेटर ऑन मेंशन कर दांगा, बट ਜਿਹੜਾ MCQs बेस्ड टेस्ट होएगा और जस्ट जो अपना चैप्टर कंप्लीट हो गया विद इन अ गैप ऑफ 1 डे, ठीक है ना? एक दिन मैं ਤੁਹਾਨੂੰ रिवीजन असाइनमेंट दे दांगा एंड नेक्स्ट डे ਤੁਹਾਡਾ टेस्ट होएगा। सो बच्चे इस ਨੂੰ पढ़ते रहो, कीप रिवाइजिंग एंड कीप स्टडिंग, ठीक है? कीप योरसेल्फ फिट एंड फाइन बच्चे। थैंक्स अ लॉट।